ਹਾਲੇਲੂਇਆ। ਸੋ ਆਪ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਇਸ ਸਾਲ ਦੇ ਲਈ। ਆਪ ਸਭ ਨੂੰ ਹੈਪੀ ਨਿਊ ਈਅਰ। ਪਰਮੇਸ਼ਵਰ ਤੁਹਾਨੂੰ ਸਭ ਨੂੰ ਬਹੁਤ ਆਸ਼ੀਸ਼ ਦੇਵੇ, ਤੁਹਾਨੂੰ ਵਧਾਵੇ, ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਪਰਮੇਸ਼ਵਰ ਦੀ ਗ੍ਰੇਸ, ਪਰਮੇਸ਼ਵਰ ਦਾ ਅਨੁਗ੍ਰਹ ਤੁਹਾਨੂੰ ਮਿਲਦਾ ਰਹੇ ਔਰ ਤੁਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਵੱਧਦੇ ਜਾਓ। ਇਹ ਸਾਡੀ ਪ੍ਰਾਰਥਨਾ ਆ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਬੀਤੇ ਸਾਲ ਪਰਮੇਸ਼ਵਰ ਨੇ ਸਾਨੂੰ ਸਭ ਨੂੰ, ਸਾਰੀ ਕਲੀਸਿਆ ਨੂੰ ਸੰਭਾਲ ਕੇ ਰੱਖਿਆ। ਆਪਣੇ ਵੱਡੇ ਕੰਮ ਪਰਮੇਸ਼ਵਰ ਨੇ ਸਾਨੂੰ ਆਪਣੇ ਜੀਵਨਾਂ ਦੇ ਵਿੱਚ ਕੀਤੇ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਸਾਰੀਆਂ ਚੀਜ਼ਾਂ ਦੇ ਲਈ, ਸਾਰੀਆਂ ਭਲਾਈਆਂ ਦੇ ਲਈ, ਸਾਰੀਆਂ ਆਸ਼ੀਸ਼ਾਂ ਦੇ ਲਈ ਜੋ ਵੀ ਪਰਮੇਸ਼ਵਰ ਨੇ ਬੀਤੇ ਸਮੇਂ ਦੇ ਵਿੱਚ ਕੀਤੇ। ਸੱਚਮੁੱਚ ਉਹਨੇ ਸਾਡੇ ਪੈਰਾਂ ਨੂੰ ਬਲ ਦਿੱਤਾ ਕਿ ਅਸੀਂ ਖੜੇ ਰਹੀਏ। ਵਿਰੋਧ ਦੇ ਸਮੇਂ ਦੇ ਵਿੱਚ ਵੀ, ਸਤਾਓ ਦੇ ਸਮੇਂ ਦੇ ਵਿੱਚ ਵੀ, ਉਹਦੇ ਵਿੱਚ ਵੀ ਅਸੀਂ ਖੜੇ ਰਹੇ। ਅਸੀਂ हिले ਨਹੀਂ, ਅਸੀਂ ਡੋਲੇ ਨਹੀਂ ਔਰ ਪਰਮੇਸ਼ਵਰ ਨੇ ਸਾਨੂੰ ਖੜਾ ਕੀਤਾ। ਪਰਮੇਸ਼ਵਰ ਨੇ ਸਾਡੇ ਪੈਰਾਂ ਨੂੰ ਮਜ਼ਬੂਤ ਕੀਤਾ। ਉਹਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਆइए ਅਸੀਂ वचन ਦੇ ਵਿੱਚ ਚੱਲਾਂਗੇ। यशायाह 40 ਦੀ 4 आयत ਨੂੰ पढ़ा। हरेक तराई भर दी जाए और हरेक पहाड़ और पहाड़ी गिरा दी जाए, जो टेढ़ा व सीधा और जो ऊंचा नीचा है वह चौरस किया जाए। हालेलुया। सो परमेश्वर ਦਾ वचन ਇੱਥੇ ਦੱਸ ਰਿਹਾ ਆ। मैं ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਹਰ ਇੱਕ ਚੀਜ਼ ਨਾਰਮਲ ਹੋ ਜਾਏਗੀ ਇਸ ਸਾਲ। ਇਸ ਸਾਲ ਨਾਰਮਲ ਹੋਣ ਦਾ ਸਾਲ ਆ। ਜਿਹੜੀ ਉਥਲ ਪੁਥਲ ਤੁਹਾਡੇ ਜੀਵਨਾਂ ਦੇ ਵਿੱਚ ਮਚੀ ਆ, ਜਿਹੜੀ ਉਥਲ ਪੁਥਲ ਕਲੀਸਿਆ ਦੇ ਵਿੱਚ ਮਚੀ ਆ, ਜਿਹੜੀ ਉੱਚਾ ਨੀਵਾ ਜੋ ਹੋਇਆ ਪਿਆ ਹੈ ਤੁਹਾਡੇ ਜੀਵਨਾਂ ਦੇ ਵਿੱਚ, ਜੋ ਪਲੇਸ ਸਹੀ ਪਲੇਸ ਤੇ ਨਹੀਂ ਆ, ਪਰਮੇਸ਼ਵਰ ਦਾ ਵਚਨ ਇਦਾਂ ਬੋਲ ਰਿਹਾ ਕਿ ਸਭ ਕੁਝ ਨਾਰਮਲ ਹੋ। ਇਸ ਸਾਲ ਤੁਸੀਂ ਸਭ ਕੁਝ ਆਪਣੇ ਜੀਵਨਾਂ ਦੇ ਵਿੱਚ ਨਾਰਮਲ ਹੁੰਦੇ ਹੋਏ ਦੇਖੋਗੇ। ਪਰਮੇਸ਼ਵਰ ਦਾ ਵਚਨ ਕਹਿੰਦਾ ਪਿਆ ਆ ਕਿ ਹਰ ਇੱਕ ਤਰਾਈ ਭਰ ਦਿੱਤੀ ਜਾਵੇਗੀ ਔਰ ਹਰ ਇੱਕ ਪਹਾੜ ਗਿਰਾ ਦਿੱਤਾ ਜਾਵੇਗਾ। ਹਾਲੇਲੂਇਆ। ਸੋ ਪਰਮੇਸ਼ਵਰ ਦਾ ਵਚਨ ਕਹਿ ਰਿਹਾ ਆ ਕਿ ਹਰ ਇੱਕ ਤਰਾਈ ਭਰ ਦਿੱਤੀ ਜਾਵੇਗੀ, ਹਰ ਇੱਕ ਪਹਾੜ ਗਿਰਾ ਦਿੱਤਾ ਜਾਵੇਗਾ। ਔਰ ਜਿਹੜਾ ਵੀ ਪਹਾੜ ਕਿਉਂ ਨਾ ਹੋਵੇ, ਜਿਹੜਾ ਤੁਹਾਡੇ ਜੀਵਨਾਂ ਦੇ ਵਿੱਚ ਆਂਦਾ ਆ, ਜਿਹੜਾ ਤੁਹਾਡੇ ਪਰਿਵਾਰਾਂ ਦੇ ਵਿੱਚ ਆਂਦਾ ਆ, ਉਹ ਸਾਰੇ ਪਹਾੜ ਅੱਜ ਗਿਰਾ ਦਿੱਤੇ ਜਾਣਗੇ, ਅੱਜ ਹਿਲਾ ਦਿੱਤੇ ਜਾਣਗੇ। ਪਰਮੇਸ਼ਰ ਦੱਸਦਾ ਆ ਕਿ ਉਹ ਸਾਰੀ ਤਰਾਈ ਭਰ ਦਿੱਤੀ ਜਾਵੇਗੀ। ਅੱਜ ਕੋਈ ਵੀ ਪਹਾੜ ਕਿਉਂ ਨਾ ਹੋਵੇ, ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਉਹ ਗਿਰਾ ਦਿੱਤਾ ਜਾਵੇਗਾ। ਚਾਹੇ ਉਹ ਤੁਹਾਡੇ ਪਰਿਵਾਰ ਦਾ ਹੋਵੇ, ਚਾਹੇ ਤੁਹਾਡੀ ਬਿਮਾਰੀ ਹੋਵੇ, ਚਾਹੇ ਪਰੇਸ਼ਾਨੀ ਹੋਵੇ, ਚਾਹੇ ਕੁਝ ਵੀ ਕਿਉਂ ਨਾ ਹੋਵੇ, ਉਹ ਸਾਰੇ ਪਹਾੜ ਇਸ ਸਾਲ ਡਿਗਾਏ ਜਾਣਗੇ। ਉਹ ਸਾਰੇ ਪਹਾੜ ਇਸ ਸਾਲ ਹਿਲਾ ਦਿੱਤੇ ਜਾਣਗੇ। ਉਹ ਸਾਰੇ ਪਹਾੜ ਪਤਰੇ ਹੋ ਜਾਣਗੇ। हालेलुया। बाइबल दसदी है जो टेढ़ा है और जो ऊंचा नीचा है वो चौरस किया जाएगा। और जेड़ा सानू टेढ़ा नजर आ रहा है, जो कुछ भी साडे जीवना दे विच टेढ़ा हो रहा है, जो कुछ भी साडे जीवना दे विच गलत हो रहा है, वो सीधा हो जाएगा, वो सब कुछ नॉर्मल हो जाएगा। हालेलुया। मैं तुहानू बार बार कह रहा है वो सारियां चीज़ां नॉर्मल होणगियां। हालेलुया। जो ऊंचा नीचा है, जो ऊंचा नीवा है, वो सब कुछ चौरस किया जाएगा, वो सब नू लेवल ते किया जाएगा। परमेश्वर दा वचन, परमेश्वर अपना हथौड़ा चलान जा ਰਿਹਾ ਆ ਔਰ ਉਹ ਸਭ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਨਾਰਮਲ ਹੋ ਜਾਣਗੀਆਂ। ਹਾਲੇਲੂਇਆ। ਪੜ੍ਹੀਏ ਇੱਕ ਵਚਨ ਯਸ਼ਾਇਆ 45 ਦੀ 2। हाँ हालेलुया। परमेश्वर ਦਾ वचन ਇੱਥੇ ਕੀ ਬੋਲ ਰਿਹਾ ਹੈ कि मैं तेरे आगे आगे चलूंगा और ऊंची ऊंची भूमि को चौरस करूंगा। इस साल परमेश्वर तुहाडे अगे अगे चलेगा। इस साल परमेश्वर तुहाडे नाल चलेगा और तुहाडे तो पहला जिथे तुसी जा रहे हो परमेश्वर आप पहुंचेगा। परमेश्वर दे दूत पहुंचणगे और उस सारी ऊंची ऊंची भूमि नु, उस सारे ऊंचे ऊंचे पहाड़ां नु परमेश्वर इस साल चौरस करेगा। तुसी अपने जीवन दे विच, अपनी कलीसिया दे विच, अपनी सेवकाई दे विच इस सारे कम्मां नु हुंदे होए देखोगे। उस सारे ऊंची ऊंची भूमि, उस सारे ऊंचे ऊंचे पहाड़ जिहड़े तुहानू अज नजर आ रहे आ, वो सारे चौरस हो जाएंगे। बाइबल दसदी है कि पित्तल दे किवाड़ जेड़े पित्तल दे आ वो सारे टुट दिते जाणगे, वो सारे परमेश्वर तोड़ डालेगा। इत्थे लिखिया हिंदी दे विच कि मैं पीतल के किवाड़ों को तोड़ डालूंगा और लोहे के बेड़ों को टुकड़े कर दूंगा। परमेश्वर दा वचन दसदा है कि चाहे वो लोहा जिन्ना मर्जी हार्ड क्यों ना होवे, चाहे वो पित्तल जिन्नी मर्जी हार्ड क्यों ना होवे, चाहे तुहाडी बीमारी, चाहे तुहाडी परेशानी, चाहे तुहाडे हालात जिन्ने मर्जी सख्त क्यों ना होगे होन, पर परमेश्वर दा वचन दसदा है कि वो सारे टोटे टोटे हो जाएंगे। हालेलुया। 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 परमेश्वर वो सारियां चीज़ां नूं रिस्टोर करन जा रहा। परमेश्वर वो सारियां चीज़ां नूं जिहड़ी शैतान ने तुहाडे जीवनां तो लईआं आ, वो सारियां चीज़ां नूं परमेश्वर नॉर्मल करन जा रहा। वो परमेश्वर वापस लेके आ रहा वो चीज़ां नूं। वो परमेश्वर सारियां चीज़ां नूं तुहानूं फिर तो देन जा रहा आ, वो फिर तो भरपाई करन जा रहा आ। हालेलुया। पढ़िए यशायाह 42 दी 16। बयाली दी 16। मैं अन्यां नूं एक
ਰਾਹ ਉੱਤੇ ਤੋਰਾਂਗਾ ਜਿਹਨੂੰ ਉਹ ਨਹੀਂ ਜਾਣਦੇ, ਅਤੇ ਉਹਨਾਂ ਪਈਆਂ ਵਿੱਚ ਉਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹਨਾਂ ਨੇ ਜਾਤਾ ਹੀ ਨਹੀਂ। ਮੈਂ ਉਹਨਾਂ ਦੇ ਅੱਗੇ ਹਨੇਰ ਨੂੰ ਚਾਨਣ ਅਤੇ ਵਿਅੰਗੀਆਂ ਥਾਵਾਂ ਨੂੰ ਸਿੱਧੀਆਂ ਬਣਾ ਦੇਵਾਂਗਾ। ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਇੱਥੇ ਕੀ ਬੋਲ ਰਿਹਾ ਆ ਕਿ ਮੈਂ ਇੱਕ ਅੰਨੇ ਨੂੰ ਇੱਦਾਂ ਦੇ ਮਾਰਗ ਤੋਂ, ਇੱਦਾਂ ਦੇ ਰਸਤੇ ਤੋਂ ਲੈ ਜਾਊਂਗਾ ਜਿਹਨੂੰ ਉਹ ਨਹੀਂ ਜਾਣਦਾ, ਜਿਹਨੂੰ ਅਸੀਂ ਨਹੀਂ ਜਾਣਦੇ। ਪਰਮੇਸ਼ਰ ਇੱਦਾਂ ਦੇ ਰਸਤੇ ਤੋਂ ਕਈ ਵਾਰੀ ਸਾਨੂੰ ਲੈ ਕੇ ਜਾਂਦਾ ਆ, ਔਰ ਇਸ ਸਾਲ ਵੀ ਸਾਨੂੰ ਇੱਦਾਂ ਦੇ ਰਸਤਿਆਂ ਵਿੱਚੋਂ ਪਰਮੇਸ਼ਰ ਲੈ ਕੇ ਜਾਏਗਾ ਜਿਹੜੇ ਅਸੀਂ ਨਹੀਂ ਜਾਣਦੇ। ਰਸਤਿਆਂ ਬਾਰੇ, ਜਿਹੜੇ ਰੋਡਸ ਬਾਰੇ ਸਾਨੂੰ ਨਹੀਂ ਪਤਾ, ਉਸ ਰਸਤਿਆਂ ਵਿੱਚੋਂ ਪਰਮੇਸ਼ਰ ਲੈ ਕੇ ਜਾਵੇਗਾ, ਔਰ ਜਿਹੜਾ ਅੰਧਕਾਰ ਆ ਉਹਨੂੰ ਉਜਿਆਲੇ ਦੇ ਵਿੱਚ ਬਦਲ ਦੇਵੇਗਾ, ਜਿਹੜਾ ਅੰਧਕਾਰ ਆ ਉਹਨੂੰ ਰੋਸ਼ਨੀ ਦੇ ਵਿੱਚ ਬਦਲ ਦੇਵੇਗਾ। ਔਰ ਬਾਈਬਲ ਦੱਸਦੀ ਆ ਕਿ ਟੇੜੇ ਮਾਰਗ ਸਿੱਧੇ ਹੋ ਜਾਣਗੇ। ਇੱਥੇ ਹਿੰਦੀ ਦੇ ਵਿੱਚ ਲਿਖਿਆ ਹੈ, ਟੇੜੇ ਮਾਰਗੋਂ ਕੋ ਸਿੱਧਾ ਕਰੂੰਗਾ। ਪਰਮੇਸ਼ਰ ਤੁਹਾਡੇ ਤੇ ਮੇਰੇ ਜੀਵਨਾਂ ਚੋਂ ਹਰੇਕ ਉਹ ਟੇਢੇ ਮਾਰਗ, ਟੇਢੇ ਲੋਕੀ ਅੱਜ ਪਰਮੇਸ਼ਰ ਦੂਰ ਕਰਨ ਜਾ ਰਿਹਾ ਹੈ। ਇਸ ਸਾਲ ਉਹ ਸਾਰੇ ਟੇਢੇ ਲੋਕ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਟੇਢੇ ਆ, ਜਿਹੜੇ ਰਸਤੇ ਟੇਢੇ ਆ, ਪਰਮੇਸ਼ਰ ਸਿੱਧਾ ਕਰਨ ਜਾ ਰਿਹਾ ਆ। ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਮੈਂ ਇਦਾਂ ਦਾ ਕੰਮ ਕਰੂੰਗਾ ਔਰ ਉਹਨਾਂ ਨੂੰ ਕਦੇ ਨਾ ਛੱਡੂੰਗਾ, ਉਹਨਾਂ ਨੂੰ ਕਦੇ ਨਾ ਤਿਆਗਾਂਗਾ। ਪਰਮੇਸ਼ਰ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਹੋਵੇਗਾ। ਪਰਮੇਸ਼ਰ ਹਮੇਸ਼ਾ ਤੁਹਾਡੇ ਨਾਲ ਰਹੇਗਾ। ਇਸ ਸਾਲ ਪਰਮੇਸ਼ਰ ਦੇ ਸਾਥ ਨੂੰ ਤੁਸੀਂ ਪੂਰੇ ਸਾਲ ਦੇਖੋਗੇ, ਪਰਮੇਸ਼ਰ ਦੇ ਅਨੁਗ੍ਰਹ ਨੂੰ ਤੁਸੀਂ ਪੂਰੇ ਸਾਲ ਦੇਖੋਗੇ। ਬਾਈਬਲ ਦੱਸਦੀ ਆ ਕਿ ਇੱਦਾਂ ਦਾ ਰਸਤਾ ਜਿਹੜਾ ਅਸੀਂ ਕਦੀ ਨਹੀਂ ਦੇਖਿਆ, ਇੱਦਾਂ ਦਾ ਰਸਤਾ ਜਿਹੜਾ ਸਾਡੇ ਦਿਮਾਗ ਦੇ ਵਿੱਚ ਨਹੀਂ ਚੜਿਆ, ਉਹ ਰਸਤਾ ਪਰਮੇਸ਼ਰ ਨੇ ਤਿਆਰ ਕੀਤਾ ਆ। ਉਹ ਰਸਤਾ ਪਰਮੇਸ਼ਰ ਨੇ ਸਾਡੇ ਲਈ, ਜਿਹੜੇ ਵਿਸ਼ਵਾਸ ਕਰਦੇ ਆ ਉਹਨਾਂ ਦੇ ਲਈ ਉਹ ਰਸਤਾ ਬਣਾਇਆ ਆ। ਔਰ ਪਰਮੇਸ਼ਰ ਸਾਨੂੰ ਉਹ ਰਸਤਿਆਂ ਤੇ ਚਲਾਉਣ ਜਾ ਰਿਹਾ ਆ। ਪਰਮੇਸ਼ਰ ਸਾਨੂੰ ਉਹ ਰਸਤਿਆਂ ਤੇ ਚਲਾਉਣ ਜਾ ਰਿਹਾ ਆ। ਉਸ ਚਾਹੇ ਸਾਨੂੰ ਨਜ਼ਰ ਆਏ, ਚਾਹੇ ਸਾਨੂੰ ਸਮਝ ਆਵੇ ਜਾਂ ਨਾ ਆਵੇ, ਪਰ ਉਹ ਰਸਤਾ ਸਾਡੇ ਲਈ ਪਰਮੇਸ਼ਰ ਨੇ ਬਣਾਇਆ ਆ, ਔਰ ਉਹ ਰਸਤਾ ਉਜਿਆਲੇ ਵੱਲ ਸਾਨੂੰ ਲੈ ਕੇ ਜਾ ਰਿਹਾ ਆ। ਹਾਲੇਲੂਇਆ। ਮੈਂ ਦੱਸਣਾ ਚਾਹੁੰਦਾ, ਜਿੰਨੇ ਮਸੀਹ ਵਿਰੋਧੀਆਂ ਨੇ ਉਥਲ ਪੁਥਲ ਮਚਾਈ ਹੈ ਪਿਛਲੇ 6 ਮਹੀਨਿਆਂ ਦੇ ਵਿੱਚ, ਜਿਨ੍ਹਾਂ ਪਰਮੇਸ਼ਰ ਦੇ ਨਾਮ ਨੂੰ ਉਹਨਾਂ ਨੇ ਬਦਨਾਮ ਕੀਤਾ ਆ, ਜਿਨ੍ਹਾਂ ਨੂੰ ਉਹਨਾਂ ਦਾ ਮਜ਼ਾਕ ਬਣਾਇਆ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਇਸ ਸਾਲ ਸਭ ਕੁਝ ਨਾਰਮਲ ਹੋ ਜਾਏਗਾ। ਇਸ ਸਾਲ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਦਬ ਜਾਣਗੇ ਜਾਂ ਅੰਧਕਾਰ ਵਧੇਗਾ। ਮੈਂ ਇਹ ਕਹਿ ਰਿਹਾ ਕਿ ਇਸ ਸਾਲ ਤੁਸੀਂ ਅੰਧਕਾਰ ਨੂੰ ਵੀ ਵਧਦੇ ਹੋਏ ਦੇਖੋਗੇ, ਇਸ ਸਾਲ ਤੁਸੀਂ ਵਿਰੋਧੀਆਂ ਨੂੰ ਵੀ ਵਧਦੇ ਹੋਏ ਦੇਖੋਗੇ। ਪਰ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਮੈਂ ਅੰਧਕਾਰ ਨੂੰ ਉਜਿਆਲਾ ਕਰ ਦੇਵਾਂਗਾ। ਹਾਲੇਲੂਇਆ। ਮੈਂ ਅੰਧਕਾਰ ਨੂੰ ਉਜਿਆਲੇ ਦੇ ਵਿੱਚ ਬਦਲ ਦੇਵਾਂਗਾ। ਇਸ ਸਾਲ ਤੁਸੀਂ ਨਾਰਮਲ ਹੁੰਦੇ ਹੋਏ ਦੇਖੋਗੇ। ਉਹ ਸਾਰੇ ਹਾਲਾਤ ਨਾਰਮਲ ਹੋ ਜਾਣਗੇ। ਜਿਹੜਾ ਡਰ ਉਹਨਾਂ ਨੇ ਪੈਦਾ ਕੀਤਾ ਆ, ਉਹ ਡਰ ਸਾਡੇ ਸਭ ਦੇ ਜੀਵਨਾਂ ਤੋਂ ਦੂਰ ਹੋ ਜਾਵੇਗਾ। ਉਹ ਜਿਹੜਾ ਮਾਹੌਲ ਉਹਨਾਂ ਨੇ ਖਰਾਬ ਕੀਤਾ ਆ, ਉਹ ਮਾਹੌਲ ਨਾਰਮਲ ਹੋ ਜਾਵੇਗਾ। ਹਾਲੇਲੂਇਆ। हालेलुया। इस साल सब कुछ नॉर्मल होवेगा। इस साल सब कुछ नॉर्मल होवेगा। वो सारी उथल पुथल जिहड़ी उन्होंने मचाई आ, वो सब कुछ मसीह लोकी परमेश्वर दे दास और परमेश्वर दा सामर्थी हथ इस साल उन्होंने नॉर्मल कर देवेगा। और परमेश्वर दे दास ਵਧੀਆ ਤਰੀਕੇ ਨਾਲ ਸਿਫਤਾਈ ਕਰਨਗੇ। ਹਾਲੇਲੂਇਆ। ਡਰ ਦੇ ਮਾਹੌਲ ਦੇ ਵਿੱਚ ਵੀ, ਅੰਧਕਾਰ ਦੇ ਮਾਹੌਲ ਦੇ ਵਿੱਚ ਵੀ ਆਜੇ, ਔਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਾਂਗੇ। ਹਾਲੇਲੂਇਆ। ਪੜ੍ਹੀਏ 49:11, ਯਸ਼ਾਇਆ 49:11। मैं अपने सारे पर्वतां ਨੂੰ ਰਾਹ ਬਣਾਵਾਂਗਾ ਅਤੇ ਮੇਰੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸੱਚਾ ਹੈ ਔਰ ਕਹਿੰਦਾ ਆ ਕਿ ਮੈਂ ਆਪਣੇ ਸਾਰੇ ਪਹਾੜਾਂ ਨੂੰ ਮਾਰਗ ਬਣਾ ਦੇਵਾਂਗਾ। ਅੱਜ ਜਿਹੜੇ ਪਹਾੜ ਸਾਨੂੰ ਨਜ਼ਰ ਆ ਰਹੇ ਆ, ਉਹ ਵੀ ਰਸਤੇ ਬਣ ਜਾਣਗੇ। ਹਾਲੇਲੂਇਆ। ਤੁਸੀਂ ਇਹ ਚੀਜ਼ ਨੂੰ ਸਮਝੋ, ਪ੍ਰੋਫਿਟਿਕਲੀ ਇਸ ਚੀਜ਼ ਨੂੰ ਸਮਝੋ, ਆਤਮਿਕਤਾ ਦੇ ਨਾਲ ਇਸ ਚੀਜ਼ ਨੂੰ ਸਮਝੋ ਕਿ ਜਿਹੜੇ ਪਹਾੜ ਅੱਜ ਨਜ਼ਰ ਆ ਰਹੇ ਆ, ਜਿਹੜਾ ਮਸੀਹ ਵਿਰੋਧੀ ਤੁਹਾਨੂੰ ਨਜ਼ਰ ਆ ਰਿਹਾ ਆ, ਜਿਹੜਾ ਕੋਈ ਵੀ ਤੁਹਾਨੂੰ ਨਜ਼ਰ ਆ ਰਿਹਾ, ਜਿਹੜਾ ਮਸੀਹ ਦੇ ਨਾਮ ਨੂੰ ਥੱਲੇ ਲਾਉਂਦਾ ਆ, ਜਿਹੜਾ ਮਸੀਹ ਲੋਕਾਂ ਨੂੰ ਰੋਕਦਾ ਆ, ਬਾਈਬਲ ਦੱਸਦੀ ਆ ਕਿ ਉਹ ਸਾਰੇ ਪਹਾੜ ਮਾਰਗ ਬਣ ਜਾਣਗੇ। ਜਿਹੜੇ ਪਹਾੜ ਤੁਹਾਨੂੰ ਨਜ਼ਰ ਆ ਰਹੇ ਆ, ਉਹ ਸਾਰੇ ਪਹਾੜ ਰੋਡ ਬਣ ਜਾਣੇ ਆ, ਔਰ ਅਸੀਂ ਉਹ ਰੋਡ ਵਿੱਚੋਂ ਹੋ ਕੇ ਜਾਵਾਂਗੇ। ਅਸੀਂ ਉਹ ਪਹਾੜ ਨੂੰ ਰੋਡ ਬਣਦੇ ਹੋਏ ਦੇਖਾਂਗੇ। ਹਾਲੇਲੂਇਆ। शायद तुसी ध्यान नाल सुनिया नहीं, शायद तुसी ध्यान नाल समझा नहीं कि बाइबल दसदी है कि सारे पहाड़ रोड बन जाने, मार्ग बन जाने। अज जेड़ा पहाड़ तुहाडे जीवन दे विच आ, अज हो सकदा है वो बीमारी हो सकदी आ, हो सकदा है कोई इंसान हो सकदा है, हो सकदा है कोई दुष्ट आत्मा हो सकदी है जेड़ी तुहानू रोकदी आ। जेड़ा पहाड़ बन के तुहाडे सामने नजर आ रहा, बाइबल दसदी है कि पहाड़ एक दिन तुहाडे लई मार्ग बन जाएगा। एक दिन वही पहाड़ मार्ग बन जाएगा। वही पहाड़, वही बंदा जेड़ा विरोध कर
ਰਿਹਾ ਆ, ਜਿਹੜਾ ਮਸੀਹ ਵਿਰੋਧੀ ਆ, ਉਹ ਪਹਾੜ ਨਾਰਮਲ ਹੋ ਜਾਵੇਗਾ। ਉਹ ਪਹਾੜ ਕੀ ਰਸਤਾ ਬਣ ਜਾਵੇਗਾ। ਕਾਹਦੇ ਲਈ? ਪਰਮੇਸ਼ਰ ਦੇ ਵਚਨ ਦੇ ਲਈ। ਪਰਮੇਸ਼ਰ ਦਾ ਵਚਨ ਉਹਦੇ ਦੁਆਰਾ ਹੋਰ ਫੈਲੇਗਾ। ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਕਲੀਸਿਆ ਉਹਦੇ ਦੁਆਰਾ ਵਧੇਗੀ। ਉਹ ਜਿਹੜੇ ਪਹਾੜ ਆ ਉਹ ਮਾਰਗ ਹੋ ਜਾਣਗੇ, ਉਹ ਰਸਤੇ ਬਣ ਜਾਣਗੇ। ਬਾਈਬਲ ਦੱਸਦੀ ਆ ਮੇਰੇ ਰਾਜਮਾਰਗ, ਮੇਰੇ ਹਾਈਵੇ ਉੱਚੇ ਕੀਤੇ ਜਾਣ। ਮੇਰੇ ਰਾਜਮਾਰਗ ਜਿਹੜੇ ਆ ਅੱਜ ਉਹਦੇ ਹਾਈਵੇ, ਜਿਹੜੇ ਹਾਈਵੇ ਕੌਣ ਆ? ਪਰਮੇਸ਼ਰ ਦੇ ਦਾਸ ਆ, ਪਰਮੇਸ਼ਰ ਦੇ ਲੋਕ ਆ, ਜਿਹੜੇ ਉਹਦੇ ਵਚਨਾਂ ਨੂੰ ਲੈ ਕੇ ਜਾਂਦੇ ਆ, ਉਹ ਉੱਚੇ ਕੀਤੇ ਜਾਣ। ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਇਸ ਸਾਲ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਲੈਵਲ ਨੂੰ ਹੋਰ ਜ਼ਿਆਦਾ ਉੱਚਾ ਉੱਠਦੇ ਹੋਏ ਦੇਖਾਂਗੇ। ਸਾਰੇ ਪਰਮੇਸ਼ਰ ਦੇ ਦਾਸਾਂ ਨੂੰ, ਓਵਰਆਲ ਪੂਰੇ ਵਰਲਡ ਦੀ ਕਲੀਸਿਆ ਨੂੰ ਅਸੀਂ ਉੱਚਾ ਉੱਠਦੇ ਹੋਏ ਦੇਖਾਂਗੇ। ਔਰ ਜਿਹੜਾ ਪਹਾੜ ਅੱਜ ਸਾਨੂੰ ਨਜ਼ਰ ਆ ਰਿਹਾ, ਉਹ ਵੀ ਸਾਡੇ ਲਈ ਰਸਤਾ ਬਣੇਗਾ। ਅਸੀਂ ਉਹਦੇ ਉੱਤੋਂ ਹੋ ਕੇ ਜਾਵਾਂਗੇ, ਅਸੀਂ ਉਹ ਰਸਤਿਆਂ ਵਿੱਚੋਂ ਹੋ ਕੇ ਜਾਵਾਂਗੇ। ਸਾਨੂੰ ਮਤਲਬ ਉਹ ਹੈਲਪ ਮਿਲੂ ਜੀ, ਉਹ ਰਸਤਿਆਂ ਦੀ ਸਾਨੂੰ ਹੈਲਪ ਮਿਲੂ ਜੀ। ਅਸੀਂ ਉਹਦੇ ਦੁਆਰਾ ਹੋਰ ਜ਼ਿਆਦਾ ਵਚਨਾਂ ਨੂੰ ਫੈਲਾਵਾਂਗੇ। ਹਾਲੇਲੂਇਆ। ਤੁਸੀਂ ਇਹ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ ਆ ਔਰ ਆਪਣੇ ਜੀਵਨਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੀ ਕਲੀਸਿਆ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣੀ ਆ। ਜਿਹੜੀ ਬਿਮਾਰੀ ਅੱਜ ਤੁਹਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਆ, ਇਹੀ ਬਿਮਾਰੀ ਮਸੀਹ ਦੇ ਵਚਨ ਨੂੰ ਫੈਲਾਉਣ ਦੇ ਲਈ ਯੂਜ਼ ਹੋਵੇਗੀ। ਹਾਲੇਲੂਇਆ। ਸ਼ਾਇਦ ਤੁਸੀਂ ਹੁਣ ਸਮਝਿਆ ਆ ਕਿ ਜਿਹੜੀ ਬਿਮਾਰੀ ਤੁਹਾਨੂੰ ਅੱਜ ਪਰੇਸ਼ਾਨ ਕਰ ਰਹੀ ਆ, ਜਿਹੜੀ ਬਿਮਾਰੀ ਤੁਹਾਨੂੰ ਅੱਜ ਰੋਕ ਰਹੀ ਆ, ਜਿਹੜੀ ਗਰੀਬੀ, ਜਿਹੜੀ ਪਰੇਸ਼ਾਨੀ ਤੁਹਾਨੂੰ ਅੱਜ ਰੋਕ ਰਹੀ ਆ, ਇਹੀ ਟੈਸਟਮਨੀ ਬਣ ਜਾਣੀ ਆ। ਔਰ ਇਹਦੇ ਦੁਆਰਾ ਬਹੁਤ ਸਾਰੇ ਲੋਕੀ ਬਚਾਏ ਜਾਣੇ ਆ। ਇਹਦੇ ਦੁਆਰਾ ਬਹੁਤ ਸਾਰੇ ਜਨ, ਬਹੁਤ ਸਾਰੀ ਆਤਮਾਵਾਂ ਬਚਾਈਆਂ ਜਾਣੀਆਂ, ਬਹੁਤ ਸਾਰੇ ਮਹੱਲੇ, ਬਹੁਤ ਸਾਰੇ ਪਿੰਡ ਬਚਾਏ ਜਾਣੇ ਆ। ਇਦਾਂ ਹੀ ਜਿਹੜਾ ਪਹਾੜ ਕਲੀਸਿਆ ਦੇ ਮੂਹਰੇ ਨਜ਼ਰ ਆਂਦਾ ਆ, ਉਹ ਵੀ ਕਿਸੇ ਦਿਨ ਮਾਰਗ ਬਣ ਜਾਏਗਾ। ਕਿਸੇ ਦਿਨ ਨਹੀਂ, ਇਸੇ ਸਾਲ ਉਹ ਸਾਰੇ ਪਹਾੜ ਮਾਰਗ ਬਣ ਜਾਣਗੇ। ਜਿਹੜੇ ਪਹਾੜ ਸਾਨੂੰ ਬੀਤੇ ਸਾਲ ਚੋਂ ਨਜ਼ਰ ਆ ਰਹੇ ਸੀ, ਉਹ ਸਾਰੇ मार्ग बने हुए नजर आएंगे। हालेलुया। आइए पढ़िए वचन 58:12। हालेलुया, हालेलुया। तेरे विचों दे प्राचीन स्नेहां नूं सारनगे। तू बहुतियां पीढ़ियां दियां नीहां उठावेगा अते तू सेठ दा मुरम्मत करन वाला वसेबियां दे राहां दा सुधारक अकवाएगा। हालेलुया। परमेश्वर दा वचन इत्थे की कह रहा कि तेरे वंश दे लोग, ਜਿਹੜੇ ਤੇਰੇ ਲੋਕੀ ਆ, ਉਹ ਕੀ ਹੋਣਗੇ? ਜਿਹੜੇ ਬਹੁਤ ਕਾਲ ਤੋਂ ਉਜੜੇ ਹੋਏ ਆ। हिंदी ਦੇ ਵਿੱਚ ਜੇ ਮੈਂ ਪੜਾਂ ਤੇ ਇਦਾਂ ਲਿਖਿਆ, तेरे वंश के लोग बहुत काल के उजड़े हुए स्थानों को फिर बसाएंगे। सो परमेश्वर ਦਾ वचन ਕਹਿ ਰਿਹਾ ਆ ਕਿ ਤੁਹਾਡੇ ਵੰਸ਼ ਦੇ ਲੋਕ, ਇਹ ਤੁਹਾਡੇ ਲਈ ਆ, ਤੁਹਾਡੇ ਸਭ ਦੇ ਲਈ ਆ। ਜਿਹੜੇ ਸੁਣ ਰਹੇ ਆ, ਤੁਹਾਡੇ ਸਭ ਦੇ ਲਈ, ਚਾਹੇ ਉਹ ਆਨਲਾਈਨ ਕਿਉਂ ਨਾ ਹੋਵੇ, ਚਾਹੇ ਆਫਲਾਈਨ ਕਿਉਂ ਨਾ ਹੋਵੇ, ਜਿਹੜੇ ਸੁਣ ਰਹੇ ਆ ਉਹਨਾਂ ਦੇ ਲਈ। ਲਾਸਟ ਵਚਨ ਦੇ ਵਿੱਚ ਅਸੀਂ ਪਰਮੇਸ਼ਵਰ ਦਾ ਵਚਨ ਜੋ ਕਹਿ ਰਿਹਾ, ਉਹ ਇਹ ਕਹਿ ਰਿਹਾ ਆ ਕਿ ਤੇਰੇ ਵੰਸ਼ ਦੇ ਲੋਕ, तेरे बच्चे, तेरे लोग बहुत काल तो उजड़े हुए, ਜਿਹੜੇ ਬਹੁਤ ਸਾਲਾਂ ਤੋਂ ਉਜੜੇ ਹੋਏ ਸਥਾਨ ਆ, ਉਜੜੇ ਹੋਏ ਪਲੇਸਸ ਆ, ਉਜੜਿਆ ਹੋਇਆ ਕੰਮ ਆ, ਉਹਨੂੰ ਫੇਰ ਬਸਾਂਗੇ। ਹਾਲੇਲੂਇਆ। ਉਹਨੂੰ ਫੇਰ ਬਸਾਂਗੇ। ਇਸ ਸਾਲ ਤੁਸੀਂ ਬਹੁਤ ਸਾਲਾਂ ਤੋਂ ਉਜੜੇ ਹੋਏ ਕੰਮਾਂ ਨੂੰ ਵਸਦੇ ਹੋਏ ਦੇਖੋਗੇ, ਉਜੜੇ ਹੋਏ ਪਰਿਵਾਰਾਂ ਨੂੰ ਵਸਦੇ ਹੋਏ ਦੇਖੋਗੇ, ਉਜੜੇ ਹੋਏ ਸਥਾਨਾਂ ਨੂੰ, ਨਾ ਸਿਰਫ ਆਪਣੇ ਉਜੜੇ ਹੋਏ ਸਥਾਨਾਂ ਨੂੰ ਬਲਕਿ ਦੂਜੇ ਉਜੜੇ ਹੋਏ ਸਥਾਨਾਂ ਨੂੰ ਤੁਸੀਂ ਵਸਾਓਗੇ। ਹਾਲੇਲੂਇਆ। ਉਜੜੇ ਹੋਏ ਪਰਿਵਾਰਾਂ ਨੂੰ ਵਸਾਓਗੇ, ਉਜੜੇ ਹੋਏ ਲੋਕਾਂ ਨੂੰ ਵਸਾਓਗੇ। ਜਿਹੜੇ ਉਜੜੇ ਹੋਏ ਆ, ਜਿਹੜੇ ਗਰੀਬੀ ਦੇ ਵਿੱਚ ਆ, ਜਿਹੜੇ ਪਰੇਸ਼ਾਨੀਆਂ ਦੇ ਵਿੱਚ ਆ, ਜਿਹੜੀ ਬਿਮਾਰੀਆਂ ਦੇ ਵਿੱਚ ਉਜੜੇ ਹੋਏ ਆ, ਉਹਨਾਂ ਨੂੰ ਤੁਹਾਡੇ ਬੱਚੇ ਤੇ ਤੁਸੀਂ ਮਿਲ ਕੇ ਵਸਾਓਗੇ। ਹਾਲੇਲੂਇਆ। ਇਸ ਸਾਲ ਤੁਸੀਂ ਵਸਾਓਗੇ। ਹਾਲੇਲੂਇਆ। ਮੈਂ ਫਿਰ ਤੋਂ ਕਹਿੰਦਾ, ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ, ਜਿਹੜਾ ਬਹੁਤ ਸਮੇਂ ਤੋਂ, ਬਹੁਤ ਕਾਲਾਂ ਤੋਂ, ਬਹੁਤ ਸਦੀਆਂ ਤੋਂ ਜਿਨ੍ਹਾਂ ਦਾ ਪਰਿਵਾਰ ਉਜੜਿਆ ਹੋਇਆ ਹੈ, ਜਿਹੜਾ ਸਥਾਨ ਉਜੜਾ ਹੋਇਆ, ਜਿਹੜੇ ਘਰਾਣੇ, ਜਿਹੜੇ ਖਾਨਦਾਨ ਉਜੜੇ ਹੋਏ ਆ, ਉਹ ਅੱਜ ਵਸਣਗੇ। ਇਸ ਸਾਲ ਵਸਣਗੇ ਤੁਹਾਡੇ ਦੁਆਰਾ, ਮੇਰੇ ਦੁਆਰਾ। ਹਾਲੇਲੂਇਆ। ਉਹ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ, ਉਹ ਜਿਹੜੀ ਪਰੇਸ਼ਾਨੀ ਬਹੁਤ ਸਾਲਾਂ ਤੋਂ ਆ, ਬਹੁਤ ਕਾਲ ਤੋਂ ਆ, ਬਹੁਤ ਸਦੀਆਂ ਤੋਂ ਚੱਲੀ ਆ ਰਹੀ ਆ, ਇਸ ਸਾਲ ਤੁਸੀਂ ਉਹਨਾਂ ਨੂੰ ਨਾਰਮਲ ਹੁੰਦੇ ਹੋਏ ਦੇਖੋਗੇ। ਤੁਸੀਂ ਉਹਨਾਂ ਨੂੰ ਵਸਾਓਗੇ, ਤੁਸੀਂ ਉਹਨਾਂ ਨੂੰ ਵਸਾਓਗੇ। ਮੈਂ ਫਿਰ ਤੋਂ ਕਹਿੰਦਾ, ਤੁਸੀਂ ਉਹਨਾਂ ਨੂੰ ਵਸਾਓਗੇ। ਹਾਲੇਲੂਇਆ। तो पीढ़ी की पड़ी हुई नींव को पर घर उठाएगा। सो परमेश्वर ਦਾ ਵਚਨ ਦੱਸ ਰਿਹਾ ਆ, ਜਿਹੜੀ ਬਹੁਤ ਪੀੜ੍ਹੀਆਂ ਤੋਂ ਨੀਂਹ ਪਈ ਹੋਈ ਆ ਪਰ ਘਰ ਨਹੀਂ ਬਣਿਆ ਆ, ਘਰ ਨਹੀਂ ਬਣਿਆ। ਪਰਮੇਸ਼ਵਰ ਦਾ ਵਚਨ ਦੱਸ ਰਿਹਾ ਕਿ ਹੋ ਸਕਦਾ ਹੈ ਕਿ 30 ਸਾਲ ਪਹਿਲਾਂ ਉਹਨਾਂ ਨੂੰ ਕਿਸੇ ਨੇ ਵਚਨ ਸੁਣਾਇਆ ਹੋਵੇ, 20 ਸਾਲ ਪਹਿਲਾਂ ਕਿਸੇ ਨੇ ਵਚਨ ਸੁਣਾਇਆ ਹੋਵੇ। ਅੱਜ ਪਰਮੇਸ਼ਵਰ ਨੇ ਤੁਹਾਨੂੰ ਇਹ ਸਮਾਂ ਦਿੱਤਾ ਆ, ਅੱਜ ਪਰਮੇਸ਼ਵਰ ਇਸ ਸਾਲ ਤੁਹਾਨੂੰ ਇਹ ਮੌਕਾ ਦੇਣ ਜਾ ਰਿਹਾ ਆ ਕਿ ਤੁਸੀਂ ਉਹਨਾਂ ਉੱਤੇ ਘਰ ਬਣਾਓਗੇ। नींव की आ परमेश्वर दा वचन। उन्होंने 30 साल पहला, 20 साल पहला, 50 साल पहला अपनी छोटी उम्र दे विच पर
ਪਰਮੇਸ਼ਰ ਦੇ ਵਚਨ ਨੂੰ ਸੁਣਿਆ ਹੋਵੇਗਾ ਔਰ ਤੁਸੀਂ ਉਹਨਾਂ ਉੱਤੇ ਘਰ ਬਣਾਓਗੇ, ਤੁਸੀਂ ਉਹਨਾਂ ਉੱਤੇ ਘਰ ਬਣਾਓਗੇ। ਇਹ ਚੀਜ਼ ਨੂੰ ਸੁਣ ਲਓ ਧਿਆਨ ਦੇ ਨਾਲ। ਤੁਸੀਂ ਇਦਾਂ ਦੇ ਲੋਕਾਂ ਨੂੰ ਚਰਚ ਦੇ ਵਿੱਚ ਲੈ ਕੇ ਆਓਗੇ, ਤੁਸੀਂ ਬੋਲੋ ਜੀ ਕਿ ਹਾਂ ਇਹਨਾਂ ਨੇ ਪਹਿਲਾਂ ਵਚਨ ਨੂੰ ਸੁਣਿਆ ਸੀ, ਇਹਨਾਂ ਦੇ 10 ਸਾਲ ਪਹਿਲਾਂ ਵਚਨ ਨੂੰ ਸੁਣਿਆ ਸੀ, ਪਰ ਅੱਜ ਜਦੋਂ ਮੈਂ ਇਹਨਾਂ ਦੇ ਕੋਲ ਰਹੀ ਇਹ ਬਚਾਈ ਗਏ, ਇਹਨਾਂ ਨੇ ਆਪਣੇ ਜੀਵਨ ਦਾ ਤੌਬਾ ਕੀਤਾ, ਇਹ ਮੁੜੇ ਆਏ, ਇਹ ਪਰਮੇਸ਼ਰ ਦੇ ਰਾਜ ਦੇ ਵਿੱਚ ਆਏ। ਇਦਾਂ ਦੇ ਬਹੁਤ ਲੋਕ ਤੁਸੀਂ ਇਸ ਸਾਲ ਜੁੜਦੇ ਹੋਏ ਦੇਖੋਗੇ ਜਿਨ੍ਹਾਂ ਨੇ ਪਰਮੇਸ਼ਰ ਦਾ ਵਚਨ ਸੁਣਿਆ ਆ ਔਰ ਅੱਜ ਪਰਮੇਸ਼ਰ ਤੋਂ ਦੂਰ ਆ, ਪਰਮੇਸ਼ਰ ਉਹਨਾਂ ਨੂੰ ਲੈ ਕੇ ਆਵੇਗਾ। ਬਾਈਬਲ ਦੱਸਦੀ ਆ ਜਿਹੜੇ ਪੀੜੀ ਤੋਂ ਨੀ ਪਈ ਹੋਈ ਆ ਉਹਨਾਂ ਉੱਤੇ ਘਰ ਅਸੀਂ ਬਣਾਵਾਂਗੇ। ਸਾਡੇ ਵੰਸ਼ ਦੇ ਲੋਕ, ਤੁਹਾਡੇ ਵੰਸ਼ ਦੇ ਲੋਕ ਉਸ ਸਾਰੇ ਘਰ ਨੂੰ ਬਣਾਵਾਂਗੇ। ਹਾਲੇਲੂਇਆ। ਘਰ ਕੀ ਆ? ਪਰਮੇਸ਼ਰ ਦਾ ਰਾਜ। ਘਰ ਕੀ ਆ? ਪਰਮੇਸ਼ਰ ਦਾ ਸੁਸਮਾਚਾਰ, ਪਰਮੇਸ਼ਰ ਦਾ ਰਾਜ। ਨੀਂਵ ਕੀ ਆ? ਕਿ ਬਸ ਬੰਦੇ ਨੂੰ ਪਤਾ ਲੱਗ ਗਿਆ ਯਿਸੂ ਮਸੀਹ ਕੌਣ ਆ, ਬੰਦੇ ਨੂੰ ਪਤਾ ਲੱਗ ਗਿਆ ਯਿਸੂ ਮਸੀਹ ਕੌਣ ਆ, ਉਹ ਕੀ ਕਰਦਾ ਹੈ, ਕਿੱਥੋਂ ਆਇਆ, ਉਹਨੂੰ ਇਹ ਪਤਾ ਆ। ਬਹੁਤ ਸਾਰੇ ਲੋਕ ਤੁਸੀਂ ਇੱਦਾਂ ਦੇ ਦੇਖੋਗੇ ਜਿਨ੍ਹਾਂ ਨੂੰ ਯਿਸੂ ਮਸੀਹ ਬਾਰੇ ਪਤਾ ਆ, ਜਿਨ੍ਹਾਂ ਨੇ ਯਿਸੂ ਮਸੀਹ ਬਾਰੇ ਸੁਣਿਆ ਆ, ਪਰ ਅੱਜ ਤੱਕ ਉਹਦੇ ਸਵਾਦ ਨੂੰ ਚੱਖਿਆ ਨਹੀਂ ਆ, ਉਹਨੂੰ ਦੇਖਿਆ ਨਹੀਂ ਆ, ਉਹਦੀ ਸਾਮਰਥ ਨੂੰ ਦੇਖਿਆ ਨਹੀਂ ਆ। ਅੱਜ ਉਹ ਘਰ ਬਣਾਉਣ ਦੀ ਜ਼ਿੰਮੇਵਾਰੀ ਪਰਮੇਸ਼ਰ ਨੇ ਤੁਹਾਡੇ ਤੇ ਮੇਰੇ ਹੱਥਾਂ ਵਿੱਚ ਦਿੱਤੀ ਆ, ਪਰਮੇਸ਼ਰ ਨੇ ਇਸ ਕਲੀਸਿਆ ਦੇ ਹੱਥਾਂ ਦੇ ਵਿੱਚ ਦਿੱਤੀ ਆ ਔਰ ਅਸੀਂ ਉਹ ਘਰ ਨੂੰ ਬਣਾਵਾਂਗੇ, ਅਸੀਂ ਉਹ ਲੋਕਾਂ ਨੂੰ ਲੈ ਕੇ ਆਵਾਂਗੇ। ਹਾਲੇਲੂਇਆ। बाइबल दस दिया तेरा नाम टूटे हुए बाड़े का सुधारक और पथों का ठीक करने वाला पड़ेगा। हालेलुया। परमेश्वर दा वचन दस रहा तुहाडे लई कि तुहाडा नाम टूटे हुए बाड़े दा सुधारन वाला, जेड़ा बाड़ा टुट चुकिया है। पंजाबी दे विच पढ़िए लास्ट लाइन। हाँ जी 12 दी लास्ट लाइन दे विच लिखिया ਬਸੇਬਿਆਂ ਦੇ ਰਾਹਾਂ ਦਾ ਸੁਧਾਰ ਅਖਵਾਵੇਗਾ। ਹੋਰ ਪਿੱਛੋਂ ਤੋਂ ਪੜ੍ਹੀਏ। ਤੇਰੇ ਵਿੱਚੋਂ ਦੇ ਹਾਂ। ਪ੍ਰਾਚੀਨ ਤੇਹਾਂ ਨੂੰ ਸਾੜਨਗੇ, ਤੂੰ ਬਹੁਤ ਪੀੜ੍ਹੀਆਂ ਦੀਆਂ ਨੀਹਾਂ ਉਠਾਵੇਗਾ ਅਤੇ ਤੂੰ ਤੇਲ ਦਾ ਮੁਰੰਮਤ ਕਰਨ ਵਾਲਾ ਵਸੇਬਿਆਂ ਦੇ ਰਾਹਾਂ ਦਾ ਸੁਧਾਰਨਾ ਕਵਾਏਗਾ। ਹਾਂ ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਦੱਸ ਰਿਹਾ ਹੈ ਕਿ ਤੁਹਾਡਾ ਨਾਮ ਮੁਰੰਮਤ ਕਰਨ ਵਾਲਾ ਪਵੇਗਾ, ਤੁਹਾਡਾ ਨਾਮ ਸੁਧਾਰਨ ਵਾਲਾ ਪਵੇਗਾ। ਤੁਹਾਨੂੰ ਲੋਕੀ ਜਾਣਨਗੇ ਕਿ ਨਹੀਂ ਇਹ ਬੰਦਾ ਮੁਰੰਮਤ ਕਰਦਾ ਆ, ਇਹ ਬੰਦਾ ਬਣਾਉਂਦਾ ਆ, ਇਹ ਬੰਦਾ ਸੁਧਾਰਦਾ ਆ। ਤੁਹਾਡਾ ਨਾਮ ਇਦਾਂ ਪਏਗਾ। ਹਾਲੇਲੂਇਆ। ਅੱਜ ਮੇਰਾ ਨਾਮ ਨਹੀਂ, ਇਹ ਪਰਮੇਸ਼ਰ ਦਾ ਵਚਨ ਪੂਰੀ ਕਲੀਸਿਆ ਦੇ ਲਈ ਆ, ਜਿੰਨੇ ਸੁਣ ਰਹੇ ਉਹਨਾਂ ਦੇ ਲਈ ਆ। ਪਰਮੇਸ਼ਰ ਦਾ ਵਚਨ ਦੱਸ ਰਿਹਾ ਕਿ ਤੁਹਾਡਾ ਨਾਮ ਤੁਸੀਂ ਇਸ ਸਾਲ ਦੇਖੋਗੇ, ਤੁਸੀਂ ਮੁਰੰਮਤ ਕਰਨ ਵਾਲੇ ਹੋਣਗੇ। ਜਿੱਥੇ ਬਿਮਾਰੀ ਆ, ਜਿੱਥੇ ਪਰੇਸ਼ਾਨੀ ਆ, ਜਿਹੜੇ ਟੁੱਟੇ ਹੋਏ ਆ ਉਹਨਾਂ ਨੂੰ ਮੁਰੰਮਤ ਕਰਨੀ ਆ, ਉਹਨਾਂ ਨੂੰ ਬਣਾਉਣਾ ਆ। ਇਸ ਸਾਲ ਤੁਸੀਂ ਉਹਨਾਂ ਨੂੰ ਬਣਾਉਂਦੇ ਹੋਏ ਦੇਖੋਗੇ। ਹਾਲੇਲੂਇਆ। ਤੁਹਾਡਾ ਨਾਮ ਹੈ ਪਏਗਾ, ਨਾਮ ਹੈ ਪਏਗਾ ਕਿ ਤੁਸੀਂ ਟੁੱਟੇ ਹੋਏ ਨੂੰ ਜੋੜਨ ਵਾਲੇ ਹੋ, ਤੁਸੀਂ ਉਹਨਾਂ ਨੂੰ ਫਿਰ ਤੋਂ ਬਣਾਉਣ ਵਾਲੇ ਹੋ, ਤੁਸੀਂ ਮੁਰੰਮਤ ਕਰਨ ਵਾਲੇ ਹੋ। ਹਾਲੇਲੂਇਆ। ਸਭ ਤੋਂ ਔਖਾ ਹੁੰਦਾ ਆ ਕਿ ਤੁਸੀਂ ਟੁੱਟੇ ਹੋਏ ਨੂੰ ਫਿਰ ਤੋਂ ਜੋੜੋ। कोई कच का शीशा कुछ टुट जाए ਉਹਨੂੰ ਫਿਰ ਤੋਂ ਜੋੜਨਾ ਔਖਾ ਆ, ਨਵੀਂ ਚੀਜ਼ ਨੂੰ ਬਣਾਉਣਾ ਸੌਖਾ ਆ। ਅੱਜ ਤੁਸੀਂ ਪਰਮੇਸ਼ਰ ਨੇ ਜਿਹੜਾ ਕੰਮ ਤੁਹਾਡੇ ਜੀਵਨਾਂ ਦੇ ਵਿੱਚ ਦਿੱਤਾ ਆ ਉਹ ਇਹ ਆ ਕਿ ਤੁਸੀਂ ਟੁੱਟੇ ਹੋਇਆਂ ਨੂੰ ਜੋੜੋ, ਤੁਸੀਂ ਟੁੱਟੇ ਹੋਏ ਬਾੜੇ ਨੂੰ ਸੁਧਾਰੋ, ਉਹਨੂੰ ਮੁਰੰਮਤ ਕਰੋ। ਅੱਜ ਤੁਹਾਡਾ ਨਾਮ ਇਹ ਪਏਗਾ ਕਿ ਤੁਸੀਂ ਮੁਰੰਮਤ ਕਰਨ ਵਾਲੇ ਹੋ। ਬਾਈਬਲ ਦੱਸਦੀ ਆ ਕਿ ਤੁਸੀਂ ਪੱਥਾਂ ਨੂੰ, ਤੁਸੀਂ ਰਸਤਿਆਂ ਨੂੰ ਠੀਕ ਕਰਨ ਵਾਲੇ ਹੋਵੋਗੇ। ਤੁਹਾਡਾ ਨਾਮ ਇਹ ਪਏਗਾ ਕਿ ਇਹ ਬੰਦਾ ਰਸਤਿਆਂ ਨੂੰ ਸੁਧਾਰਦਾ ਆ, ਇਹ ਬੰਦਾ ਰਸਤੇ ਨੂੰ ਠੀਕ ਕਰਦਾ ਆ, ਇਹ ਸਾਡੇ ਰਸਤਿਆਂ ਨੂੰ ਖੋਲਦਾ ਆ। ਇਹ ਤੁਹਾਡਾ ਨਾਮ ਹੋਵੇਗਾ। ਹਾਲੇਲੂਇਆ। ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਮੁਹੱਲਿਆਂ ਦੇ ਵਿੱਚ ਤੁਹਾਡਾ ਇਹ ਨਾਮ ਪਏਗਾ ਕਿ ਸੱਚਮੁੱਚ ਇਹਨਾਂ ਨੇ ਬਹੁਤ ਲੋਕੀ ਤਾਰ ਦਿੱਤੇ ਆ, ਇਹਨਾਂ ਨੇ ਬਹੁਤ ਲੋਕੀ ਬਦਲ ਦਿੱਤੇ ਆ, ਇਹਨਾਂ ਨੇ ਬਹੁਤ ਲੋਕੀ ਸੁਧਾਰ ਦਿੱਤੇ ਆ। ਜਿਹੜਾ ਬੰਦਾ ਨਸ਼ਾ ਕਰਦਾ, ਵਿਚਾਰ ਕਰਦਾ, ਅਸੀਂ ਉਹਨਾਂ ਨੂੰ ਬਦਲਾਂਗੇ ਔਰ ਸਾਡਾ ਨਾਮ ਇਹ ਪਏਗਾ ਕਿ ਨਹੀਂ ਅਸੀਂ ਬਹੁਤ ਲੋਕਾਂ ਨੂੰ ਬਦਲ ਦਿੱਤਾ ਆ, ਅਸੀਂ ਬਹੁਤ ਲੋਕਾਂ ਨੂੰ ਸੁਧਾਰ ਦਿੱਤਾ ਆ। ਇਸ ਸਾਲ ਸਾਡਾ ਨਾਮ ਇਹ ਪਏਗਾ। ਹਾਲੇਲੂਇਆ। ਸਾਡਾ ਸਭ ਦੇ ਜੀਵਨ ਦੇ ਵਿੱਚ ਸਾਡਾ ਸਭ ਦਾ ਨਾਮ ਇਹ ਪਏਗਾ ਕਿ ਅਸੀਂ ਲੋਕਾਂ ਨੂੰ ਸੁਧਾਰਨ ਵਾਲੇ ਹੋਵਾਂਗੇ, ਅਸੀਂ ਲੋਕਾਂ ਦੇ ਜੀਵਨ ਨੂੰ ਬਦਲਣ ਵਾਲੇ ਹੋਵਾਂਗੇ। ਉਹਨਾਂ ਦੇ ਧਰਮ ਨੂੰ ਨਹੀਂ, ਉਹਨਾਂ ਦੀ ਜਾਤ ਨੂੰ ਨਹੀਂ, ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਹਾਲਾਤਾਂ ਨੂੰ ਬਦਲਣ ਵਾਲੇ ਹੋਵਾਂਗੇ। ਅੱਜ ਪਰਮੇਸ਼ਰ ਸਾਡੇ ਹਾਲਾਤ ਤਾਂ ਬਦਲੇਗਾ। ਸਾਡੇ ਨੇਚਰ, ਸਾਡੇ ਸੁਭਾਅ, ਸਾਡੇ ਹਾਲਾਤ ਤਾਂ ਬਦਲ ਚੁੱਕੇ ਆ। ਸਾਡੇ ਹਾਲਾਤ ਪਰਮੇਸ਼ਰ ਬਦਲਦਾ ਰਹੇਗਾ ਸਮੇਂ ਦੇ ਨਾਲ। ਜਿੱਦਾਂ ਅਸੀਂ ਮਿਹਨਤ ਕਰਦੇ ਰਵਾਂਗੇ, ਜਿੱਦਾਂ ਅਸੀਂ ਪਰਮੇਸ਼ਰ ਦੇ ਵਿੱਚ ਵਧਦੇ ਰਵਾਂਗੇ, ਸਾਡੇ ਹਾਲਾਤ ਬਦਲਦੇ ਜਾਣਗੇ। ਪਰ ਹੁਣ ਸਮਾਂ ਆ ਚੁੱਕਾ ਆ ਕਿ ਅਸੀਂ ਲੋਕਾਂ ਦੇ ਹਾਲਾਤਾਂ ਨੂੰ ਬਦਲਣਾ ਆ, ਅਸੀਂ ਲੋਕਾਂ ਦੇ ਜੀਵਨਾਂ ਨੂੰ ਬਦਲਣਾ ਆ, ਅਸੀਂ ਲੋਕਾਂ ਦੇ ਜੀਵਨਾਂ ਤੋਂ ਪਾਪ ਬੁਰਾਈ ਨੂੰ ਦੂਰ ਕਰਨਾ ਆ, ਬਿਮਾਰੀਆਂ ਨੂੰ ਦੂਰ ਕਰਨਾ ਆ, ਪਰੇਸ਼ਾਨੀਆਂ ਨੂੰ ਦੂਰ ਕਰਨਾ ਆ। ਅੱਜ ਸਾਡਾ ਨਾਮ ਇਹ ਹੋਣਾ ਚਾਹੀਦਾ ਆ। ਇਸ ਸਾਲ ਦੇ ਅੰਤ ਤੱਕ ਸਾਡਾ ਨਾਮ ਇਹ ਹੋਣਾ ਚਾਹੀਦਾ ਆ। ਪਿੰਡ ਤੋਂ 2-4 ਲੋਕੀ ਇਹ ਕਹਿਣ, ਪਿੰਡ ਤੋਂ ਮਹੱਲਿਆਂ ਤੋਂ ਇਹ ਕਹਿਣ ਕਿ ਸੱਚਮੁੱਚ ਇਹਨੇ ਬਹੁਤ ਸਾਰੇ ਲੋਕੀ ਬਦਲੇ ਆ, ਇਹਨੇ ਬਹੁਤ ਸਾਰਿਆਂ ਦੇ ਜੀਵਨ ਬਦਲੇ ਆ। ਸਾਡਾ ਇੱਕ ਸੁਨਾਮ ਹੋਣਾ ਚਾਹੀਦਾ ਹੈ। ਬਾਈਬਲ ਦੱਸਦੀ ਆ ਕਿ ਬਾਹਰ ਵਾਲਿਆਂ ਦੇ ਵਿੱਚ ਵੀ ਸਾਡਾ ਇੱਕ ਆਦਰ ਹੋਣਿਆਂ ਦੇ ਵਿੱਚ ਵੀ ਸਾਡਾ ਇੱਕ ਨਾਮ ਹੋਣਾ ਚਾਹੀਦਾ ਆ। ਕਿ ਇਹ ਨਾਮ ਹੋਵੇ ਕਿ ਅਸੀਂ ਲੋਕਾਂ ਦੇ ਜੀਵਨ ਬਦਲਦੇ ਆ, ਲੋਕਾਂ ਦੇ ਹਾਲਾਤ ਬਦਲਦੇ ਆ। ਹਾਲੇਲੂਇਆ।
ਸੋ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਹਾਲੇਲੂਇਆ। ਇਸ ਸਾਲ ਇਹ ਸਾਰੀਆਂ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਤਾਂ ਹੀ ਪੂਰੀ ਹੋ ਸਕਦੀ ਆ ਜੇ ਤੁਸੀਂ ਫੈਸਲਾ ਲਓਗੇ। ਪਿਛਲੀ ਵਾਰੀ ਵੀ ਮੈਂ ਤੁਹਾਨੂੰ ਇਹ ਕਿਹਾ ਸੀ, ਤੁਸੀਂ ਮੁਰਦਿਆਂ ਨੂੰ ਜੀਵਿਤ ਹੁੰਦੇ ਹੋਏ ਦੇਖੋ ਜੀ, ਔਰ ਉਹਦੇ ਨਾਲ ਮੈਂ ਤੁਹਾਨੂੰ ਇੱਕ ਜੱਟਾਈ ਦੀ ਸਟੋਰੀ ਦੱਸੀ ਸੀ ਕਿ ਤੁਹਾਨੂੰ ਇਸ ਸਾਲ ਐਕਸਟਰਾ ਕਰਨਾ ਪਏਗਾ ਤਾਂ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਦੇਖ ਸਕਦੇ ਹੋ। ਇਸ ਸਾਲ ਤੁਹਾਨੂੰ ਕੁਝ ਐਕਸਟਰਾ ਕਰਨਾ ਪਏਗਾ ਤਾਂ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਦੇਖ ਸਕਦੇ ਹੋ। ਇਸ ਸਾਲ ਮੈਂ ਤੁਹਾਨੂੰ ਕਹਿਣਾ ਆ ਕਿ ਤੁਹਾਨੂੰ ਬਹੁਤ ਫੈਸਲੇ ਲੈਣੇ ਪੈਣੇ, ਬਹੁਤ ਹਾਰਡ, ਜਿਹੜਾ ਤੁਹਾਡੇ ਲਈ ਸਖਤ ਫੈਸਲੇ ਆ ਉਹ ਫੈਸਲੇ ਲੈਣੇ ਪੈਣੇ ਆ, ਜਿਹੜੇ ਤੁਹਾਡੇ ਲਈ ਮੁਸ਼ਕਿਲ ਆ ਉਹ ਫੈਸਲੇ ਲੈਣੇ ਪੈਣੇ ਆ, ਤਾਂ ਹੀ ਸਭ ਕੁਝ ਨਾਰਮਲ ਹੋ ਜਾਏਗਾ। ਇਸ ਸਾਲ ਤੁਸੀਂ ਸਭ ਕੁਝ ਨਾਰਮਲ ਹੁੰਦੇ ਹੋਏ ਦੇਖੋ ਜੀ। ਹਾਲੇਲੂਇਆ। ਜਿੰਨੇ ਆਨਲਾਈਨ ਦੇਖ ਰਹੇ ਆ, ਦੇਖਣ ਵਾਲੇ ਆ, ਜਿੰਨੇ ਤੁਸੀਂ ਦੇਖ ਰਹੇ ਹੋ, ਉਹ ਸਾਰਾ ਕੁਝ ਤੁਹਾਡੇ ਜੀਵਨਾਂ ਦੇ ਵਿੱਚ ਨਾਰਮਲ ਹੋ ਰਿਹਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਉਹ ਸਾਰੇ ਰਸਤੇ ਪੱਧਰੇ ਕਰਨ ਜਾ ਰਿਹਾ ਪਰਮੇਸ਼ਵਰ। ਉਹ ਸਾਰੇ ਫਾਟਕ, ਉਹ ਸਾਰੇ ਬੇੜੀਆਂ ਜਿਹੜੀ ਸ਼ੈਤਾਨ ਨੇ ਲਾਈਆਂ ਆ, ਉਹ ਸਾਰੀਆਂ ਇਸ ਸਾਲ ਟੁੱਟ ਰਹੀਆਂ ਤੁਹਾਡੇ ਜੀਵਨ ਤੋਂ। ਹਾਲੇਲੂਇਆ। ਉਹ ਸਾਰੀਆਂ ਬੇੜੀਆਂ ਤੁਹਾਡੇ ਜੀਵਨਾਂ ਤੋਂ ਦੂਰ ਹੋਣ। ਹਾਲੇਲੂਇਆ। ਉਹ ਆਈ ਅਸੀਂ ਪ੍ਰਾਰਥਨਾ ਦੇ ਵਿੱਚ ਚੱਲਾਂਗੇ। ਹਾਲੇਲੂਇਆ। ਉਹ ਰੀਬਾਰਾ ਬਾਰਾ 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 ਰੀਆ ਸ਼ੰਦਾਰਾ ਬਾਰੇ ਬੇਰੇ ਬੇਰੇ, ਉਹ ਸਾਰੀਆਂ ਬੇੜੀਆਂ ਤੁਹਾਡੇ ਜੀਵਨਾਂ ਤੋਂ ਟੁੱਟ ਰਹੀਆਂ। ਹਾਲੇਲੂਇਆ। ਉਹ ਸਾਰੇ ਫਾਟਕ, ਉਹ ਸਾਰੇ ਬੰਧਨ ਇਸ ਸਾਲ ਤੁਹਾਡੇ ਜੀਵਨਾਂ ਤੋਂ ਦੂਰ ਹੋਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। 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 ਪਰਮੇਸ਼ਵਰ ਦੇ ਸਾਮਰਥੀ ਕੰਮਾਂ ਨੂੰ ਤੁਸੀਂ ਇਸ ਸਾਲ ਦੇਖੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਉਹ ਪਿਤਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੈਂ ਡਿਕਲੇਅਰ ਕਰਦਾ ਆ ਕਿ ਇਹਨਾਂ ਦੇ ਰਸਤੇ ਪੱਧਰੇ ਹੋ ਜਾਣ। ਹਾਲੇਲੂਇਆ। ਸਭ ਕੁਝ ਰਿਸਟੋਰ ਹੋ ਜਾਵੇ, ਜੋ ਕੁਝ ਸ਼ੈਤਾਨ ਨੇ ਚੁਰਾਇਆ ਆ ਇਸ ਸਾਲ ਇਹਨਾਂ ਨੂੰ ਵਾਪਸ ਮਿਲੇ। ਜਿੱਦਾਂ ਅਯੂਬ ਦਾ ਚੁਰਾਇਆ ਗਿਆ ਸੀ, ਅਯੂਬ ਨੂੰ ਡਬਲ ਟ੍ਰਿਪਲ ਵਾਪਸ ਮਿਲਿਆ। ਹਾਲੇਲੂਇਆ। ਅੱਜ ਪਰਮੇਸ਼ਵਰ ਤੁਹਾਨੂੰ ਉਹ ਡਬਲ ਟ੍ਰਿਪਲ ਵਾਪਸ ਦੇਣ ਜਾ ਰਿਹਾ। ਹਾਲੇਲੂਇਆ। ਜਿੰਨਾ ਸ਼ੈਤਾਨ ਨੇ ਚੁਰਾਇਆ ਆ ਉਸ ਤੋਂ ਡਬਲ, ਉਸ ਤੋਂ ਟ੍ਰਿਪਲ ਪਰਮੇਸ਼ਵਰ ਤੁਹਾਨੂੰ ਭਰਨ ਜਾ ਰਿਹਾ। ਹਾਲੇਲੂਇਆ। ਉਹਦੀ ਸਾਮਰਥ ਤੁਹਾਨੂੰ ਭਰਨ ਜਾ ਰਹੀ ਹੈ, ਅਭਿਸ਼ੇਕ ਤੁਹਾਨੂੰ ਛੂਣ ਜਾ ਰਿਹਾ। ਹਾਲੇਲੂਇਆ। ਓ ਹਾਲੇਲੂਇਆ। 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 ਅੱਜ ਪ੍ਰਭੂ ਇਹਨਾਂ ਦੀ ਸਾਰੀ ਬਿਮਾਰੀ, ਇਹਨਾਂ ਦੀ ਸਾਰੀਆਂ ਪਰੇਸ਼ਾਨੀਆਂ ਜਿਹੜੀ ਇਹਨਾਂ ਦੇ ਜੀਵਨ ਦੇ ਵਿੱਚ ਪਹਾੜ ਬਣੀਆਂ ਹੋਈਆਂ, ਹਾਲੇਲੂਇਆ, ਉਹ ਸਾਰੇ ਪਹਾੜ ਰਸਤੇ ਬਣ ਜਾਣ। ਹਾਲੇਲੂਇਆ। ਉਹ ਸਾਰੇ ਪਹਾੜ ਰਸਤੇ ਬਣ ਜਾਣ। ਹਾਲੇਲੂਇਆ। ਪ੍ਰਭੂ ਤੁਹਾਡਾ ਧੰਨਵਾਦ ਦਿੰਦੇ ਆ ਮੇਰੇ ਪਰਮੇਸ਼ਵਰ, ਤੁਹਾਡਾ ਧੰਨਵਾਦ ਦਿੰਦੇ ਆ ਮੇਰੇ ਪਿਤਾ। ਜਿੰਨੇ ਪ੍ਰਭੂ ਇਸ ਵਚਨ ਨੂੰ ਸੁਣ ਰਹੇ ਆ ਮੇਰੇ ਪਿਤਾ, ਉਹਨਾਂ ਦੇ ਜੀਵਨ ਦੇ ਵਿੱਚ ਇਦਾਂ ਹੀ ਹੋਵੇ ਮੇਰੇ ਪਰਮੇਸ਼ਵਰ। ਆਪਣੇ ਜੀਵਨ ਦੇ ਵਿੱਚ ਹਰ ਇੱਕ ਪਲ ਦੇ ਵਿੱਚ ਮੇਰੇ ਪਿਤਾ ਉਹ ਇਦਾਂ ਦੇਖਣ ਮੇਰੇ ਪਰਮੇਸ਼ਵਰ। ਹਾਲੇਲੂਇਆ। ਉਹ ਆਪਣੇ ਜੀਵਨ ਦੇ ਵਿੱਚ ਆਪਣੇ ਰਸਤਿਆਂ ਨੂੰ ਪੱਧਰਾ ਹੁੰਦੇ ਹੋਏ ਦੇਖਣ ਮੇਰੇ ਪਿਤਾ। ਹਾਲੇਲੂਇਆ। ਉਹ ਆਪਣੇ ਰਸਤਿਆਂ ਨੂੰ ਪੱਧਰਾ ਹੁੰਦੇ ਹੋਏ ਦੇਖਣ ਮੇਰੇ ਪਰਮੇਸ਼ਵਰ। ਉਹ ਸਭ ਕੁਝ ਹਾਲਾਤਾਂ ਨੂੰ ਨਾਰਮਲ ਹੁੰਦੇ ਹੋਏ ਦੇਖਣ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਕਲੀਸਿਆ ਦੀ ਉન્નਤੀ ਨੂੰ ਦੇਖਣ। ਹਾਲੇਲੂਇਆ। ਮੇਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਦਿੰਦੇ ਆ ਮੇਰੇ ਖੁਦਾ। ਪ੍ਰਭੂ ਸਭ ਕੁਝ ਤੁਹਾਡੇ ਹੱਥਾਂ ਵਿੱਚ ਸੌਂਪਦੇ ਆ ਪਿਤਾ, ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਆ। ਆਮੇਨ। ਆਮੇਨ। ਆਮੇਨ।